ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ। ਤੂੰ ਗਣਤੈ ਕਿਨੇ ਨ ਪਾਇਓ ਸੱਚੇ ਅਲਖ ਅਪਾਰਾ। ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਨਾਉ ਪੜੀਐ ਨਾਉ ਬੁਝੀਐ ਗੁਰਮਤਿ ਵਿਚਾਰਾ। ਨਾਉ ਪੜੀਐ ਨਾਉ ਬੁਝੀਐ ਗੁਰਮਤਿ ਵਿਚਾਰਾ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅੰਗ 140 ਉੱਪਰ ਸੁਭਾਏਮਾਨ ਮਾਝ ਕੀ ਵਾਰ ਦੀ 6ਵੀਂ ਪੌੜੀ ਜੋ ਆਪ ਜੀ ਨੇ ਸਰਵਣ ਕੀਤੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਸ਼ਬਦ ਰਾਹੀਂ ਕੀ ਬਖਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਪਿਛਲੇ ਸ਼ਲੋਕ ਦੇ ਵਿੱਚ ਕਾਜੀ ਨੂੰ ਸਮਝਾ ਰਹੇ ਸੀ। ਕਾਜੀ ਮੁਸਲਮਾਨ ਮੱਤ ਵਿੱਚ ਪੜ੍ਹਿਆ ਲਿਖਿਆ ਧਾਰਮਿਕ ਬੰਦਾ ਵੀ ਹੁੰਦਾ ਹੈ ਔਰ ਲੋਕਾਂ ਦੇ ਨਿਆਂ ਆਦਿ ਵੀ ਕਰਦਾ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਸੀਗੇ ਮੁਸਲਮਾਨ ਮੱਤ ਵਿੱਚ ਜਿਵੇਂ ਗੁਰੂ ਪਿਆਰੇ ਹੋਏ ਕਾਜੀ ਨੂੰ ਸਤਿਗੁਰਾਂ ਨੇ ਇੱਕ ਦਿਨ ਕਿਸੇ ਮੁਰਗੀ ਆਦਿ ਜਾਨਵਰ ਨੂੰ ਕੱਟਦੇ ਹੋਏ ਵੇਖਿਆ ਤੇ ਉਸ ਦੇ ਖੂਨ ਦੇ ਛਿੱਟੇ ਉਸ ਦੇ ਕੱਪੜਿਆਂ 'ਤੇ ਪੈ ਗਏ ਤੇ ਉਹ ਕਹਿਣ ਲੱਗਿਆ ਕੱਪੜਾ ਗੰਦਾ ਹੋ ਗਿਆ, ਇਹਨੂੰ ਧੋ ਕੇ ਲਿਆਓ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਸੀ ਭਲਿਆ ਜੇ ਕੱਪੜਾ ਗੰਦਾ ਹੋ ਸਕਦਾ ਖੂਨ ਦੇ ਨਾਲ ਤੇ ਜਿਹੜੇ ਮਨੁੱਖ ਇਹਨਾਂ ਜਾਨਵਰਾਂ ਨੂੰ ਵੱਢ ਕੇ ਖਾਂਦੇ ਆ, ਇਹਨਾਂ ਦਾ ਖੂਨ ਪੀਂਦੇ ਆ ਜਾਂ ਕਿਸੇ ਦਾ ਹੱਕ ਮਾਰ ਕੇ ਖਾਂਦੇ ਆ, ਉਹ ਵੀ ਤਾਂ ਖੂਨ ਪੀਂਦੇ ਆ। ਫਿਰ ਉਹ ਹਿਰਦਾ ਕਿਵੇਂ ਸਾਫ਼ ਰਹਿ ਸਕਦਾ? ਉਹ ਹਿਰਦਾ ਵੀ ਗੰਦਾ ਹੋ ਜਾਂਦਾ। ਤੇ ਅੱਜ ਦੀ ਪੌੜੀ ਵਿੱਚ ਕਹਿ ਰਹੇ ਹਨ ਕਿ ਉਹ ਪਰਮੇਸ਼ਰ ਹੀ ਸਾਰਿਆਂ ਵਿੱਚ ਵਸਦਾ ਹੈ। ਇਉਂ ਜਾਣਨਾ ਕਰੋ ਜਿਵੇਂ ਸੂਰਜ ਏਕੋ ਰੁੱਤ ਅਨੇਕ। ਇੱਕ ਸੂਰਜ ਦੇ ਨਾਲ ਕਿੰਨੀਆਂ ਰੁੱਤਾਂ ਬਣ ਗਈਆਂ, ਕਿੰਨੇ ਸਮੇਂ ਬਣ ਗਏ। ਦੇਖੋ 6 ਰੁੱਤਾਂ ਬਣ ਗਈਆਂ। ਇੱਕੋ ਸੂਰਜ ਦੇ ਨਾਲ 12 ਮਹੀਨੇ ਬਣ ਗਏ। ਫਿਰ ਇਸੇ ਤਰ੍ਹਾਂ ਇਹ ਸੂਰਜ ਦੇ ਨਾਲ ਹੀ ਘੜੀਆਂ ਪਹਿਰਾਂ ਥਿੱਤੀਆਂ ਵਾਰਾਂ ਥਿੱਤੀ ਵਾਰੀ ਮਾਹੋ ਹੋਆ। ਆ ਜਿਹੜਾ ਸਮਾਂ ਬਣਿਆ ਇਹ ਵੀ ਸੂਰਜ ਦੇ ਨਾਲ ਹੀ
ਸਾਇੰਸਦਾਨਾਂ ਨੇ, ਸਿਆਣਿਆਂ ਨੇ ਰਚਨਾ ਕੀਤਾ। ਸੂਰਜ ਏਕੋ ਰੁੱਤ ਅਨੇਕ, ਇਸੇ ਤਰ੍ਹਾਂ ਹੀ ਪਰਮੇਸ਼ਰ ਇੱਕ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਤੋਂ ਬਣੀ ਹੈ। ਨਾਨਕ ਕਰਤੇ ਕੇ ਕੇਤੇ ਵੇਸ। ਉਸ ਕਾਜੀ ਨੂੰ ਸਮਝਾਉਂਦੇ ਹੋਏ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਸਰੂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਇੱਕ ਸੂਰਜ ਤੋਂ 12 ਮਹੀਨੇ 6 ਰੁੱਤਾਂ, ਫਿਰ ਮਹੀਨਿਆਂ ਵਿੱਚ ਹਫ਼ਤਾ, ਹਫ਼ਤੇ ਵਿੱਚ ਦਿਨ, ਦਿਨ ਵਿੱਚ ਦਿਨ ਰਾਤ, ਅੱਗੇ 24 ਘੰਟੇ, 24 ਘੰਟਿਆਂ ਵਿੱਚ ਦਿਨ ਰਾਤ, ਅਤੇ ਅੱਗੇ ਫਿਰ ਘੜੀਆਂ, ਪਲ, ਅੰਗਰੇਜ਼ੀ ਸਮੇਂ ਮੁਤਾਬਕ ਮਿੰਟ, ਸਕਿੰਟ, ਘੰਟੇ ਆਦਿ, ਇਹ ਸਾਰਿਆਂ ਨੂੰ ਬਣਾਉਣ ਵਾਲਾ ਸੂਰਜ ਹੈ। ਇਸੇ ਤਰ੍ਹਾਂ ਹੀ ਸਾਰੇ ਜੀਵਾਂ ਨੂੰ ਸਾਜਣ ਵਾਲਾ ਪਰਮੇਸ਼ਰ ਹੈ। ਨਾਨਕ ਕਰਤੇ ਕੇ ਕੇਤੇ ਵੇਸ। हे ਪਰਮੇਸ਼ਰ, ਤੂੰ ਹੀ 12 ਮਹੀਨਿਆਂ, 6 ਰੁੱਤਾਂ, ਘੜੀਆਂ, ਮੂਰਤਾਂ ਆਦਿ ਸਭ ਦੇ ਵਿੱਚ ਸਮਿਆਂ ਵਿੱਚ ਸਮਾਇਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਹਾਰੁਤੀ ਸਭ ਤੂੰ, ਘੜੀ ਮੂਰਤ ਵਿਚਾਰਾ ਮੈਂ ਹਰ ਥਾਂ 'ਤੇ ਤੈਨੂੰ ਹੀ ਵਿਚਾਰਦਾ ਹਾਂ, ਭਾਵ ਦੇਖਦਾ ਹਾਂ। ਤੂੰ ਗਣਤਾ ਕਿਨੇ ਨ ਪਾਇਓ, ਸੱਚੇ ਅਲਖ ਅਪਾਰਾ, ਅਤੇ ਗਿਣਤੀਆਂ ਮਿਣਤੀਆਂ ਦੇ ਨਾਲ ਤੈਨੂੰ ਨਹੀਂ ਪਾਇਆ ਜਾ ਸਕਦਾ। ਤੂੰ ਬੜਾ ਬੇਅੰਤ ਹੈ, ਅਪਾਰ ਬੇਅੰਤ ਹੈ, ਸੱਚੇ ਅਲਖ ਅਪਾਰਾ। ਕਹਿੰਦੇ ਉਹ ਮਨੁੱਖ ਜਿਹੜੇ ਗਿਆਨ ਨੂੰ ਪ੍ਰਾਪਤ ਕਰਕੇ ਵੀ ਲਾਲਚ, ਲੋਭ, ਅਹੰਕਾਰ ਆਦਿ ਕਰਦੇ ਹਨ, ਉਹ ਪੜ੍ਹੇ ਹੋਏ ਵੀ ਮੂਰਖ ਕਹੇ ਜਾਂਦੇ ਹਨ। ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਜੇ ਪੰਡਿਤ ਕੇਸ਼ੋ ਦਾਸ ਉਦਾਸੀਨ ਮੱਤ ਦਾ ਪੈਸੇ ਲੈ ਕੇ ਚਰਚਾ ਕਰਦਾ ਹੁੰਦਾ ਸੀ, ਛੋਟੇ ਅਖਾੜੇ ਦੇ ਇੱਕ ਸਾਧੂ ਨੇ ਉਸ ਨੂੰ 500 ਰੁਪਏ ਦੇ ਕੇ ਉਪਰੋਕਤ ਇਸ ਪੰਕਤੀ ਦਾ ਅਰਥ ਪੁੱਛਿਆ, ਤਾਂ ਫਿਰ ਉਸ ਨੂੰ ਸ਼ਰਮਸ਼ਾਰ ਹੋ ਕੇ ਚੁੱਪ ਹੀ ਕਰਨਾ ਪਿਆ। ਭਾਵ ਜਦੋਂ ਇਸ ਪੰਡਤ ਨੂੰ ਕਿਸੇ ਨੇ ਪੈਸੇ ਦੇ ਕੇ ਕਿਹਾ ਕਿ ਇਹ ਸ਼ਬਦ ਦੇ ਅਰਥ ਕਰਕੇ ਦੱਸ, ਪੜ੍ਹਿਆ ਮੂਰਖ ਆਖੀ ਹੈ, ਭਾਵ ਉਹ ਲਾਲਚ ਕਰਦਾ ਸੀ, ਅਤੇ ਇਸ ਕਰਕੇ ਕਿਸੇ ਨੇ ਉਸ ਨੂੰ ਸਮਝਾਉਣ ਵਾਸਤੇ ਐਸਾ ਹੀ ਬਚਨ ਕਰ ਦਿੱਤਾ ਕਿ ਦੱਸ ਆਹ ਪੰਕਤੀ ਦੇ ਕੀ ਅਰਥ ਹਨ, ਆਹ ਲੈ 500 ਰੁਪਇਆ। ਉਹਨੇ 500 ਰੁਪਈਆ ਫੜ ਲਿਆ, ਪਰ ਜਦ ਪੰਕਤੀ ਦੇ ਅਰਥ ਕੀਤੇ ਤੇ ਫਿਰ ਖੁਦ ਹੀ ਸ਼ਰਮਸ਼ਾਰ ਵੀ ਹੋ ਗਿਆ। ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਕਾਜੀ ਨੂੰ ਸਮਝਾਉਂਦੇ ਹੋਏ ਅਤੇ ਸਾਰੀ ਸ੍ਰਿਸ਼ਟੀ ਨੂੰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਉਹਨਾਂ ਪੜ੍ਹਿਆਂ ਲਿਖਿਆਂ ਨੂੰ, ਭਾਵ ਜਿਨ੍ਹਾਂ ਨੂੰ ਗਿਆਨ ਹੁੰਦੇ ਹੋਏ ਵੀ ਲਾਲਚ ਕਰਦੇ ਹਨ, ਉਹ ਮੂਰਖ ਹਨ। ਨਾਉ ਪੜ੍ਹੀਐ ਨਾਉ ਬੁੱਝੀਐ, ਤਾਂ ਤੇ ਆਓ ਉਸ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੀਏ। ਇਹ ਭਾਈ ਗੁਰੂ ਦੀ ਸਿੱਖਿਆ ਲੈ ਕਰਕੇ ਗੁਰੂ ਦੇ ਦੁਆਰਾ ਉਸ ਨੂੰ ਵਿਚਾਰਨਾ ਕਰੀਏ ਔਰ ਨਾਮ ਹੀ ਪੜ੍ਹੀਏ। ਨਾਉ ਪੜ੍ਹੀਐ ਨਾਉ ਬੁੱਝੀਐ, ਗੁਰਮਤਿ ਵਿਚਾਰਾ। ਨਾਮ ਦੀ ਪੜ੍ਹਾਈ ਕਰੀਏ, ਨਾਮ ਨੂੰ ਜਾਣਨਾ ਕਰੀਏ, ਕਿਵੇਂ ਜਪਣਾ ਹੈ। ਪੁਰਾਣੇ ਸਮਿਆਂ ਦੇ ਭਗਤਾਂ ਦੀ ਗੱਲ ਕਰੀਏ, ਜਦ ਭਗਤ ਪ੍ਰਹਿਲਾਦ ਨੂੰ ਸੋਝੀ ਆਈ ਤਾਂ ਉਸ ਨੇ ਵੀ ਗੁਰੂ ਪਿਆਰਿਓ ਪਾਂਧੇ ਨੂੰ, ਆਪਣੇ ਮਾਸਟਰ ਨੂੰ ਕਿਹਾ ਕਿ ਮੇਰੀ ਪਟੀਆ ਲਿਖ ਦਿਓ, ਸ਼੍ਰੀ ਗੋਪਾਲ, ਮੇਰੀ ਫੱਟੀ ਦੇ ਉੱਤੇ ਪਰਮੇਸ਼ਰ ਦਾ ਨਾਮ ਜੋ ਸਾਰੀ ਸ੍ਰਿਸ਼ਟੀ ਨੂੰ, ਸਾਰੀ ਮਾਇਆ ਨੂੰ ਪਾਲਣ ਵਾਲਾ ਹੈ, ਉਸ ਦਾ ਨਾਮ ਲਿਖ ਦੇ। ਧੰਨ ਗੁਰੂ ਨਾਨਕ ਦੇਵ ਜੀ ਤਾਂ ਖੁਦ ਪਰਮੇਸ਼ਰ ਹਨ, ਪਰ ਇਹਨਾਂ ਨੂੰ ਵੀ ਜਦ ਪਿਤਾ ਨੇ ਪੜ੍ਹਨੇ ਭੇਜਿਆ
ਤੇ ਆਪਣੇ ਪਾਂਧਿਆਂ ਨੂੰ ਕਹਿੰਦੇ ਹਨ ਕਿ ਬਾਬਾ ਭਾ ਪਾਂਧਾ ਜੀ, ਇਹ ਲੇਖਾ ਲਿਖ ਜਾਣ, ਮੇਰੀ ਫੱਟੀ ਤੇ ਇਹੋ ਲੇਖਾ ਲਿਖ, ਜਿੱਥੇ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਜਿੱਥੇ ਕੱਲ੍ਹ ਨੂੰ ਹਿਸਾਬ ਕਿਤਾਬ ਹੋਵੇ ਤੇ ਉੱਥੇ ਮੇਰੀ ਮਦਦ ਕਰੇ, ਮੈਨੂੰ ਉਹ ਪੜ੍ਹਾਈ ਕਰਾ। ਤੇ ਇਹੀ ਸਾਨੂੰ ਵੀ ਸਤਿਗੁਰੂ ਗਿਆਨ ਦਿੰਦੇ ਹੈ ਕਿ ਜਿੱਥੇ ਮਨੁੱਖ ਰੋਜੀ ਰਿਜ਼ਕ ਦੀ ਪੜ੍ਹਾਈ ਕਰਦਾ ਉੱਥੇ ਨਾਮ ਜਪਣ ਦੀ ਪੜ੍ਹਾਈ ਵੀ ਕਰੇ। ਨਾਉ ਪੜ੍ਹੀਐ ਨਾਉ ਬੁੱਝੀਐ ਗੁਰਮਤੀ ਵਿਚਾਰਾ। ਉਸ ਪਰਮੇਸ਼ਰ ਦੇ ਨਾਮ ਨੂੰ ਜਾਣਨਾ ਕਰੀਏ, ਬੁੱਝਣਾ ਕਰੀਏ, ਪੜ੍ਹਨਾ ਕਰੀਏ। ਗੁਰਮਤੀ ਨਾਮ ਤਨ ਖੱਟਿਆ, ਭਗਤੀ ਭਰੇ ਭੰਡਾਰਾ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕਰਕੇ ਹਰੀ ਦੇ ਨਾਮ ਦਾ ਵਪਾਰ ਕੀਤਾ। ਖੱਟਣਾ ਕੀ ਹੈ? ਲਾਭ ਲੈਣਾ। ਸਾਨੂੰ ਸਤਿਗੁਰੂ ਪਾਤਸ਼ਾਹ ਜੀ ਵਪਾਰੀ ਕਹਿੰਦੇ ਹਨ, ਵਣਜਾਰੇ ਕਹਿੰਦੇ ਹਨ। ਕਹਿੰਦੇ ਭਾਈ ਤੁਸੀਂ ਇੱਕ ਵਣਜਾਰੇ ਹੋ ਤੇ ਵਪਾਰ ਕਰਨ ਆਏ ਹੋ। ਵਣਜ ਕਰੋ ਵਣਜਾਰਿਓ, ਵਖਰ ਲਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਹੁਣ ਉਹ ਵਸਤੂ ਇਕੱਠੀ ਕਰੋ ਇੱਥੋਂ ਬਾਜ਼ਾਰ ਦੇ ਵਿੱਚੋਂ, ਸੰਸਾਰ ਦੇ ਵਿੱਚੋਂ, ਜਿਹੜੀ ਨਾਲ ਨਿਭ ਜਾਵੇ। ਅੱਗੇ ਸ਼ਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਅੱਗੇ ਜਿਹੜਾ ਆਪਣਾ ਸ਼ਾਹ ਹੈ, ਜਿਵੇਂ ਦੁਨੀਆ ਵਿੱਚ ਸੇਠਾਂ ਨੇ ਅੱਗੇ ਕਰਿੰਦੇ ਰੱਖੇ ਆ, ਵਣਜਾਰੇ, ਉਸੇ ਤਰ੍ਹਾਂ ਹੀ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਕਰਿੰਦਾ ਬਣਾਇਆ ਹੋਇਆ, ਵਣਜਾਰੇ ਵਪਾਰੀ ਬਣਾਇਆ ਹੋਇਆ। ਛੋਟੇ ਛੋਟੇ ਸਾਨੂੰ ਤੇ ਦੁਨੀਆ ਦੇ ਵਿੱਚ ਭੇਜਿਆ ਵਪਾਰ ਕਰਨ ਲਈ। ਤੇ ਪਰਮੇਸ਼ਰ ਸ਼ਾਹ ਨੇ ਸਾਨੂੰ ਜਿਹੜੀ ਪੂੰਜੀ ਦਿੱਤੀ ਆ ਉਹ ਸਵਾਸਾਂ ਦੀ ਦਿੱਤੀ ਆ। ਤੇ ਸਵਾਸਾਂ ਦੀ ਪੂੰਜੀ ਦੇ ਬਦਲੇ ਅਸੀਂ ਸੰਸਾਰ 'ਚੋਂ ਵਪਾਰ ਕਰਕੇ ਲਿਜਾਣਾ। ਬਹੁਤੇ ਤਾਂ ਇਹਨਾਂ ਸਵਾਸਾਂ ਦੇ ਨਾਲ ਮਾਇਆ ਇਕੱਤਰ ਕਰਦੇ ਰਹਿੰਦੇ ਹਨ, ਔਰ ਜਦੋਂ ਜਾਂਦੇ ਆ ਫਿਰ ਇਹ ਕੀਤਾ ਹੋਇਆ ਵਪਾਰ ਇੱਥੇ ਰਹਿ ਜਾਂਦਾ, ਸੌਦਾ ਇੱਥੇ ਰਹਿ ਜਾਂਦਾ, ਫਿਰ ਖੁਦ ਖਾਲੀ ਹੱਥ ਜਾਣਾ ਪੈਂਦਾ, ਪੂੰਜੀ ਖਰਚ ਹੋ ਜਾਂਦੀ ਆ। ਭਾਵ ਧੰਦੇ ਕਰਦੇ ਆ, ਸਵਾਸ ਖਤਮ ਹੋ ਜਾਂਦੇ ਹਨ, ਪਰ ਸਵਾਸਾਂ ਦੇ ਨਾਲ ਨਾਮ ਦਾ ਧਨ ਇਕੱਠਾ ਨਹੀਂ ਕੀਤਾ। ਜਿਹੜਾ ਨਾਲ ਜਾਣਾ ਸੀਗਾ ਤੇ ਜਿਹੜਾ ਨਾਲ ਨਹੀਂ ਜਾਣਾ ਉਹ ਇਕੱਠਾ ਕਰਦੇ ਰਹੇ। ਤੇ ਜਿਸ ਵੇਲੇ ਜਾਣ ਦਾ ਸਮਾਂ ਆਇਆ ਤੇ ਇਹ ਧਨ ਚੱਕਿਆ ਨਹੀਂ ਗਿਆ। ਫੁਰਨੇ ਤਾਂ ਬਣਾਉਂਦਾ ਹੈ, ਹਾਏ ਮੇਰੀ ਮਾਇਆ ਦਾ ਕੀ ਬਣੂ, ਮੇਰੀ ਮਾਇਆ ਇੱਥੇ ਰਹਿ ਗਈ, ਹੁਣ ਮੈਂ ਕੀ ਕਰੂੰਗਾ। ਜੇ ਤਾਂ ਨਾਮ ਜਪਿਆ ਹੁੰਦਾ ਉਹ ਤਾਂ ਸੁਰਤ ਦੇ ਵਿੱਚ ਹੀ ਚਲਿਆ ਜਾਂਦਾ ਨਾਮ, ਪਰ ਉਹ ਇਕੱਠਾ ਕੀਤਾ ਨਹੀਂ, ਮਾਇਆ ਇਕੱਠੀ ਕੀਤੀ। ਮਾਇਆ ਦੇ ਫੁਰਨੇ ਨੇ ਇਹਨੂੰ ਵੀ ਆਪਦੇ ਕੋਲੇ ਰੱਖ ਲਿਆ ਸੱਪ ਬਣਾ ਕੇ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਸਰਪ ਜੋਨ ਬਲ ਬਲ ਔਤਰੇ। ਜਦੋਂ ਮਰਦਾ ਹੋਇਆ ਪਰਮੇਸ਼ਰ ਦੇ ਨਾਮ ਨੂੰ ਜਪਣ ਦੀ ਬਜਾਏ ਮਾਇਆ ਨੂੰ ਯਾਦ ਕਰਦਾ ਹੈ ਤੇ ਪਰਮੇਸ਼ਰ ਕਹਿੰਦੇ ਚੰਗਾ ਫਿਰ ਜੇ ਤੂੰ ਮੇਰੇ ਕੋਲ ਨਹੀਂ ਆਉਣਾ, ਇਹ ਮਾਇਆ ਸੰਭਾਲਣੀ ਹੈ ਤੇ ਇਹਦੇ ਵਿੱਚ ਸੱਪ ਬਣ ਕੇ ਬਹਿ ਜਾ, ਕੋਈ ਹੱਥ ਨਹੀਂ ਲਾਊਗਾ। ਤੇ ਬਹੁਤ ਸਾਰੇ ਖਜ਼ਾਨਿਆਂ ਵਿੱਚ ਸੁਣਿਆ ਸੱਪਾਂ ਦਾ ਵਾਸਾ ਹੁੰਦਾ। ਅਸਲ ਵਿੱਚ ਉਹਨਾਂ ਖਜ਼ਾਨਿਆਂ ਦੇ ਮਾਲਕ ਹੀ ਹੁੰਦੇ ਆ ਉਹ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਮਨੁੱਖ ਜਿਹੜਾ ਹੈ ਇਸ ਤਰ੍ਹਾਂ ਲੋਭ ਲਾਲਚ ਵਿੱਚ ਫਸਿਆ ਹੋਇਆ, ਹੰਕਾਰ ਕਰਦਾ ਹੋਇਆ, ਪੜ੍ਹ ਲਿਖ ਕੇ ਵੀ, ਗਿਆਨੀ ਹੋ ਕੇ ਵੀ ਮੂਰਖ ਹੈ। ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਫਿਰ ਮਹਾਰਾਜ ਕੀ ਕਰੀਏ? ਕਹਿੰਦੇ ਨਾਉ ਪੜ੍ਹੀਐ ਨਾਉ ਬੁੱਝੀਐ। ਆਓ ਪਰਮੇਸ਼ਰ ਦੇ ਨਾਮ ਨੂੰ ਜਾਣਨਾ ਕਰੀਏ, ਸਮਝਣਾ ਕਰੀਏ, ਨਾਮ ਨੂੰ ਜਪਣਾ ਕਰੀਏ, ਗੁਰਮਤੀ ਵਿਚਾਰਾ। ਗੁਰੂ ਦੀ ਮੱਤ ਲੈ ਕਰਕੇ ਇਸ ਗੱਲ ਦੀ ਵਿਚਾਰ ਕਰੋ। ਜਿਨ੍ਹਾਂ ਨੇ ਗੁਰਮਤੀ ਨਾਮ ਧਨ ਖੱਟਿਆ, ਜਿਨ੍ਹਾਂ ਨੇ ਮਾਤ ਲੋਕ ਵਿੱਚ ਆ ਕੇ ਗੁਰੂ ਦੀ ਮੱਤ ਲੈ ਕੇ ਨਾਮ ਦੇ ਧਨ ਨੂੰ ਇਕੱਠਾ ਕੀਤਾ, ਜਿਨ੍ਹਾਂ ਨੇ ਮਾਤ ਲੋਕ ਵਿੱਚ ਹਰੀ ਦੇ ਨਾਮ ਨੂੰ ਪ੍ਰਾਪਤ ਕੀਤਾ, ਇਕੱਠਾ ਕੀਤਾ, ਖੱਟਿਆ, ਲਾਭ ਪ੍ਰਾਪਤ ਕੀਤਾ, ਭਗਤੀ ਭਰੇ ਭੰਡਾਰਾ, ਉਹਨਾਂ ਨੇ ਨਾਮ ਦੇ ਖਜ਼ਾਨੇ ਭਰ ਲਏ।
ਤੇ ਜਿਨ੍ਹਾਂ ਨੇ ਇੱਥੇ ਰਹਿੰਦੇ ਹੋਏ ਪਰਮੇਸ਼ਰ ਦੇ ਨਾਮ ਨੂੰ ਇਕੱਤਰ ਕੀਤਾ, ਦਰ ਸੱਚੇ ਸੱਚਿਆਰਾ, ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਏ, ਉਹ ਸੱਚਿਆਰੇ ਸੱਚ ਵਾਲੇ ਬਣ ਗਏ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਵਿਸਾਖੀ 'ਤੇ, ਸ੍ਰੀ ਸਾਹਿਬ ਬਾਹਰ ਕੱਢ ਕੇ ਮਿਆਨ 'ਚੋਂ ਸੀਸ ਦੀ ਮੰਗ ਕੀਤੀ। ਪਹਿਲਾਂ ਤਾਂ ਸਾਰੇ ਜਿੰਨੇ ਬੈਠੇ ਸੀ ਘਬਰਾ ਗਏ, ਡਰ ਗਏ, ਪਰ ਜਦ ਦੂਜੀ ਵਾਰ ਪਾਤਸ਼ਾਹ ਨੇ ਫਿਰ ਕਿਹਾ ਮੈਨੂੰ ਇੱਕ ਸਿਰ ਚਾਹੀਦਾ, ਤਾਂ ਗੁਰੂ ਪਿਆਰੂ ਭਾਈ ਦਇਆ ਸਿੰਘ ਉੱਠੇ, ਫਿਰ ਧਰਮ ਸਿੰਘ ਉੱਠੇ, ਫਿਰ ਹਿੰਮਤ ਸਿੰਘ ਉੱਠੇ, ਫਿਰ ਮੋਹਕਮ ਸਿੰਘ ਉੱਠੇ, ਫਿਰ ਸਾਹਿਬ ਸਿੰਘ ਉੱਠੇ, ਔਰ ਇਹਨਾਂ ਪੰਜਾਂ ਦੇ ਸੀਸ ਪ੍ਰਾਪਤ ਕੀਤੇ। ਔਰ ਫਿਰ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਇਹਨਾਂ ਨੂੰ ਸੁਰਜੀਤ ਕਰ ਲਿਆ। ਸਤਿਗੁਰ ਮੇਰਾ ਮਾਰਜ ਵਾਲੇ ਦੇ ਮਹਾਵਾਕ ਅਨੁਸਾਰ ਜਿਉਂਦੇ ਕਰ ਲਿਆ। ਜਦ ਇੱਕੋ ਜਿਹੇ ਬਾਣੇ ਪਾ ਕਰਕੇ ਉਹਨਾਂ ਨੂੰ ਸਟੇਜ 'ਤੇ ਸਾਹਮਣੇ ਕੀਤਾ, ਤੇ ਫਿਰ ਸਾਰੇ ਹੈਰਾਨ ਹੋਏ ਵੀ ਯਾਰ ਆਪਾਂ ਵੀ ਸਿਰ ਦੇ ਦਿੰਦੇ। ਪਰ ਇੱਕ ਪੇਪਰ ਸੀਗਾ, ਇੱਕ ਪਰਚਾ ਸੀਗਾ, ਜਿਹਦੇ ਵਿੱਚੋਂ 5 ਪਾਸ ਹੋਏ, ਬਾਕੀ ਤਾਂ ਕਈ ਡਰਦੇ ਦੂਰ ਜਾ ਬੈਠੇ ਵੀ ਕਿਤੇ ਗੁਰੂ ਸਾਹਿਬ ਥੱਲੇ ਨਾ ਉਤਰੇ ਆਉਣ, ਕਿਰਪਾਨ ਲੈ ਕੇ ਵੱਢਣ ਲੱਗ ਜਾਣ। ਭਰਮ ਗਈ ਦੁਨੀਆ। ਤੇ ਉਸ ਵੇਲੇ ਫਿਰ ਗੁਰੂ ਪਾਤਸ਼ਾਹ ਜੀ ਨੇ ਪੰਜਾਂ ਨੂੰ ਸਾਜ ਕੇ ਇਹਨਾਂ ਨੂੰ 5 ਪਿਆਰੇ ਕਿਹਾ। ਤੇ ਜਿਸ ਵੇਲੇ 5 ਪਿਆਰੇ ਸਾਹਮਣੇ ਆਏ, ਤੇ ਫਿਰ ਜਿਹੜੇ ਦੂਜੇ ਬੈਠੇ ਸੀ 80,000 ਦਾ ਇਕੱਠ, ਉਹ ਵੀ ਫਿਰ ਨੇੜੇ ਆ ਗਏ। ਕਹਿੰਦੇ ਜੀ ਸਾਡੇ ਸਿਰ ਵੀ ਲੈ ਲਓ, ਸਾਨੂੰ ਵੀ ਇਹੋ ਜਿਹੇ ਬਣਾ ਦਿਓ। ਗੁਰੂ ਪਾਤਸ਼ਾਹ ਕਹਿੰਦੇ ਇਹੋ ਜਿਹੇ ਤਾਂ ਇਹੋ ਹੀ ਆ, ਇਹ ਮੇਰੇ 5 ਪਿਆਰੇ ਆ, ਤੁਸੀਂ ਇਹਨਾਂ ਤੋਂ ਅਮਰ ਦੀ ਦਾਤ ਪ੍ਰਾਪਤ ਕਰਕੇ ਸਚਿਆਰੇ ਬਣੋ। ਸਚਿਆਰੇ ਭਾਵ ਸੱਚ ਵਾਲੇ, ਭਾਵ ਪਰਮੇਸ਼ਰ ਵਾਲੇ। ਤੁਸੀਂ ਪਰਮੇਸ਼ਰ ਵਿੱਚ ਮਿਲੋ, ਪਰਮੇਸ਼ਰ ਨਾਲ ਜੁੜੋ, ਗੁਰੂ ਦੀ ਦਾਤ ਪ੍ਰਾਪਤ ਕਰਕੇ। ਕੋਈ ਨਹੀਂ, ਤੁਹਾਡੇ ਸਿਰ ਵੀ ਲੋੜ ਪਈ ਤਾਂ ਜੰਗਾਂ ਦੇ ਵਿੱਚ ਕੱਟਾਂਗੇ, ਜੰਗ ਦੇ ਮੈਦਾਨ ਵਿੱਚ ਕੱਟਾਂਗੇ, ਉੱਥੇ ਲੋੜ ਪਈ ਤਾਂ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਵਰਤਾਂਗੇ। ਹੁਣ ਬਸ ਇੰਨੇ ਚਾਹੀਦੇ ਸੀ। ਉਹ 5 ਪਿਆਰੇ ਸਾਜ ਕੇ ਬਾਬੇ ਨਾਨਕ ਦਾ ਉਹ ਬਚਨ ਪੂਰਾ ਕੀਤਾ ਕਿ ਉਹ ਸਚਿਆਰਾ ਹੋਈ ਹੈ, ਕਿ ਉਹ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਚਿਆਰੇ ਕਿਹਾ। ਤੇ ਅੱਜ ਦੇ ਸ਼ਬਦ ਵਿੱਚ ਵੀ ਬਾਬਾ ਨਾਨਕ ਜੀ ਕਹਿ ਰਹੇ ਹਨ, ਜਿਨ੍ਹਾਂ ਨੇ ਨਿਰਮਲ ਨਾਮ ਮੰਨਿਆ, ਜਿਨ੍ਹਾਂ ਨੇ ਸਤਿਗੁਰ ਦੇ ਨਾਮ ਨੂੰ, ਸਤਿਗੁਰ ਦੇ ਇਸ ਪਵਿੱਤਰ ਨਾਮ ਨੂੰ ਮੰਨਣਾ ਕੀਤਾ, ਜੀਵਨ ਵਿੱਚ ਧਾਰਨਾ ਕੀਤਾ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋਈ। ਸਾਧ ਸੰਗਤ ਰੂਪੀ ਸੱਚਖੰਡ ਵਿੱਚ ਉਹਨਾਂ ਨੂੰ ਪ੍ਰਮਾਣਤਾ ਮਿਲੀ, ਉਹਨਾਂ ਨੂੰ ਵਡਿਆਈ ਮਿਲੀ, ਦਰਗਾਹ ਵਿੱਚ ਵੀ ਤੇ ਸੰਸਾਰ ਵਿੱਚ ਵੀ। ਰੇ ਰੇ ਦਰਗਹਿ ਕਹਿ ਨ ਕਹੂ, ਆਓ ਬੈਠ ਆਦਰ ਸ਼ੁਭ ਦੇਉ। ਹਰ ਥਾਂ 'ਤੇ ਉਹਨਾਂ ਨੂੰ ਵਡਿਆਈ ਮਿਲਦੀ ਹੈ। ਫਿਰ ਪਾਤਸ਼ਾਹ ਜੀ ਕਹਿੰਦੇ, ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ। ਨਿਰਮਲ ਨਾਮ ਮੰਨਿਆ, ਦਰ ਸੱਚੇ ਸਚਿਆਰਾ, ਜਿਸ ਦਾ ਜੀਉ ਪ੍ਰਾਣ ਹੈ, ਅੰਤਰ ਜੋਤ ਅਪਾਰਾ। ਸਿੱਖੋ, ਜਿਸ ਨੇ ਇਹ ਸ੍ਰਿਸ਼ਟੀ ਸਾਜੀ, ਜਿਸ ਨੇ ਸਾਡੇ ਸਰੀਰ ਦੀ ਰਚਨਾ ਕੀਤੀ, ਜਿਸ ਨੇ ਸੰਸਾਰ ਦਾ ਮੁੱਢ ਬੰਨ੍ਹਿਆ, ਜਿਸ ਨੇ ਸਰੀਰਾਂ ਨੂੰ ਬਣਾ ਕਰਕੇ ਇਹਦੇ ਵਿੱਚ ਜੀਵਾਂ ਨੂੰ ਬਿਠਾਉਣਾ ਕੀਤਾ, ਪ੍ਰਾਣ ਦਿੱਤੇ, ਸਾਰਾ ਕੁਝ ਦਿੱਤਾ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਐਸੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਕਿਉਂ ਵਿਸਾਰੀਏ, ਜਿਹੜਾ ਸਾਨੂੰ ਹਰ ਥਾਂ 'ਤੇ ਰੱਖਦਾ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਜਿਸ ਦਾ ਜੀਉ ਪ੍ਰਾਣ ਹੈ, ਅੰਤਰ ਜੋਤ ਅਪਾਰਾ, ਉਹ ਹੀ ਜੋਤ ਬਣ ਕੇ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ। ਅਪਾਰਾ ਬੇਅੰਤ, ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਜੋਤ ਸਰੂਪ ਹੋ ਕੇ ਸਾਡੇ ਸਭ ਦੇ ਹਿਰਦੇ ਵਿੱਚ ਵਸਦਾ ਹੈ। ਅੰਤਰ ਜੋਤ ਅਪਾਰਾ, ਸੱਚਾ ਸਾਹੋ ਇੱਕ ਤੂੰ, ਹੋਰ ਜਗਤ ਬਣਜਾਰਾ। ਆਪਾਂ ਸਾਰੇ ਵਪਾਰੀ ਹਾਂ, ਸ਼ਾਹ ਇੱਕ ਸਾਡਾ ਪਰਮੇਸ਼ਰ ਹੈ, ਜਿਸ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਕਿਹਾ, ਵਣਜ ਕਰੋ ਵਣਜਾਰਿਓ,
ਵਖਰ ਲੈਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਅੱਗੇ ਸ਼ਾਹੋ ਸੁਜਾਨ ਹੈ, ਲੈਸੀ ਵਰਤ ਸੰਭਾਲ। ਅੱਗੇ ਉਹ ਪਰਮਾਸ਼ਰ ਬੈਠਾ ਹੈ ਤੇ ਸਾਡੇ ਕੋਲੋਂ ਉਹ ਮੰਗੇਗਾ ਕਿ ਲਿਆ ਬਈ ਸਵਾਸਾਂ ਨੇ ਵੱਟੇ ਕੀ ਖੱਟ ਕੇ ਲਿਆਇਆ, ਕਿਆ ਤੈਂ ਖੱਟਿਆ ਕਹਾਂ ਗਵਾਇਆ। ਚਲੋ ਸਿਤਾਬ ਦੀਵਾਨ ਬੁਲਾਇਆ। ਫਿਰ ਇੱਕ ਮਿੰਟ ਵੀ ਉਹਨਾਂ ਨੇ ਟਾਈਮ ਨਹੀਂ ਦੇਣਾ। ਚਲੋ ਸ਼ਤਾਬ ਛੇਤੀ ਚੱਲ, ਦੀਵਾਨ ਬੁਲਾਇਆ, ਪਰਮੇਸ਼ਰ ਦੇ ਦਰਗਾਹ ਵਿੱਚ ਹਾਜ਼ਰ ਹੋ। ਉਹਨਾਂ ਨੇ ਇੱਕ ਮਿੰਟ ਵੀ ਫਿਰ ਸਮਾਂ ਨਹੀਂ ਦੇਣਾ, ਸਾਨੂੰ ਇੱਕ ਸਕਿੰਟ ਵੀ ਸਮਾਂ ਨਹੀਂ ਦੇਣਾ। ਜਦੋਂ ਸਵਾਸ ਮੁੱਕ ਗਏ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰ, ਸੱਚਾ ਸ਼ਾਹੋ ਇੱਕ ਤੂੰ ਹੋਰ ਜਗਤ ਬਣਜਾਰਾ। ਆਓ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਅਸੀਂ ਵਪਾਰੀ ਹਾਂ ਤੇ ਜਿਹੜੇ ਕੰਮ ਲਈ ਆਏ ਆ ਉਹ ਕਰੀਏ। ਇਉਂ ਮੁਸਲਮਾਨ ਵੀਰਾਂ ਨੂੰ ਸਮਝਾਉਂਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਅਗਲਾ ਸ਼ਲੋਕ ਲਿਖਦੇ ਹਨ ਫਿਰ ਕਿ ਮੁਸਲਮਾਨ ਕਿਹੋ ਜਿਹਾ ਹੋਵੇ। ਹੁਣ ਜਿਹੜੇ ਮੁਸਲਮਾਨ ਬਾਬੇ ਨਾਨਕ ਨੇ ਆਪਣੇ ਸਮੇਂ 'ਚ ਦੇਖੇ ਬਾਬਰ ਵਰਗੇ, ਉਹ ਨਿਰਦਈ ਕਠੋਰ ਦੁਨੀਆ ਨੂੰ ਦੁੱਖ ਦੇਣ ਵਾਲੇ ਦੇਖੇ, ਤੇ ਬਾਬਾ ਜੀ ਨੂੰ ਕਹਿਣਾ ਪਿਆ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਆਪਣੇ ਅੰਦਰੋਂ ਈਰਖਾ ਦੂਈ ਦਵੈਤ ਕੱਢ ਕੇ ਆਪਣੇ ਅੰਦਰ ਨੂੰ ਧੋਵੇ ਤੇ ਮੋਮ ਦਿਲ ਭਾਵ ਨਰਮ ਦਿਲ ਹੋਣਾ ਚਾਹੀਦਾ। ਸਾਨੂੰ ਵੀ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜੀ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਹਿੰਦੂ ਮਤ ਨੂੰ ਸਮਝਾਉਂਦੇ ਹੋਏ ਕਹਿੰਦੇ ਜੇ ਜਨੇਊ ਪਾਉਣਾ ਤੇ ਆਹ ਗੁਣ ਗ੍ਰਹਿਣ ਕਰ, ਦਇਆ ਕਪਾਹ ਸੰਤੋਖ ਸੂਤ, ਦਇਆ ਸੰਤੋਖ ਜਤ ਗੰਢੀ ਸਤ ਵਟ, ਜਤ ਸਾਦੀਆਂ ਗੰਢਾਂ। ਇਹ ਜੀਵਨ ਦੇ ਵਿੱਚ ਗੁਣਾਂ ਨੂੰ ਗ੍ਰਹਿਣ ਕਰ, ਫੇਰ ਤੂੰ ਵਧੀਆ ਪੰਡਿਤ ਹੋ ਸਕਦਾ, ਵਧੀਆ ਹਿੰਦੂ ਹੋ ਸਕਦਾ। ਇਸੇ ਤਰ੍ਹਾਂ ਹੀ ਸਿੱਖ ਨੂੰ ਵੀ ਗਿਆਨ ਦਿੱਤਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤਾਂ ਅੱਗੇ ਫੇਰ ਮੁਸਲਮਾਨ ਵੀਰਾਂ ਨੂੰ ਉਪਦੇਸ਼ ਦਿੰਦੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਹਨ। ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ। ਹੁਣ ਜਿਹੜੇ ਮੁਸਲਮਾਨਾਂ ਦੇ ਗੁਰੂ ਪਿਆਰਿਓ ਧਰਮ ਦੇ ਚਿੰਨ੍ਹ ਹਨ, ਉਹਨਾਂ ਧਰਮ ਦੇ ਚਿੰਨ੍ਹਾਂ ਦਾ ਹੀ ਇੱਥੇ ਵਰਣਨ ਕਰਨਾ ਕਰਦੇ ਹਨ। ਮੁਸਲਮਾਨ ਵੀਰਾਂ ਨੂੰ ਇਹ ਉਪਦੇਸ਼ ਬਖਸ਼ਦੇ ਹਨ। ਮਿਹਰ ਮਸੀਤ, ਅਸੀਂ ਗੁਰੂ ਘਰ ਆ ਕੇ ਨਿਤਨੇਮ ਕਰਦੇ ਹਾਂ, ਘਰੇ ਬਹਿ ਕੇ ਵੀ ਕਰਦੇ ਹਾਂ। ਮੁਸਲਮਾਨ ਜਿਹੜੇ ਹਨ ਮਸੀਤ ਵਿੱਚ ਜਾ ਕੇ ਨਿਵਾਜ਼ ਕਰਦੇ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨਿਵਾਜ਼ ਤਾਂ ਕਰਨੀ ਹੈ ਮੁਸਲਮਾਨ ਨੇ, ਪਰ ਦਇਆ ਦੇ ਵਿੱਚ ਆ ਕੇ, ਹਿਰਦੇ ਵਿੱਚ ਦਇਆ ਵੀ ਹੋਵੇ, ਜੀਵਾਂ 'ਤੇ ਦਇਆ ਵੀ ਕਰੇ। ਮਿਹਰ ਦਾ ਮਤਲਬ ਦਇਆ ਕਰਨੀ, ਮਿਹਰ ਕਰਨੀ, ਜਿਵੇਂ ਗੁਰੂ ਸਾਹਿਬ ਨੂੰ ਕਹੇ ਜੀ ਮਿਹਰ ਕਰੋ ਭਾਵ ਦਇਆ ਕਰੋ। ਮਿਹਰ ਦਾ ਅਰਥ ਹੈ ਦਇਆ। ਕਹਿੰਦੇ ਮੁਸਲਮਾਨ ਜਿਹੜਾ ਹੈ ਉਹ ਕਿੱਦਾਂ ਦਾ ਹੋਵੇ, ਉਹਦੀ ਜਿਹੜੀ ਮਸੀਤ ਹੈ ਉਹ ਦਇਆ ਦੀ ਹੋਵੇ, ਦਇਆ ਦੇ ਘਰ ਜਾ ਕੇ ਨਿਵਾਜ਼ ਕਰੇ, ਭਾਵ ਦਇਆ ਵਿੱਚ ਆ ਕੇ ਨਿਵਾਜ਼ ਕਰੇ। ਜੀਵਾਂ 'ਤੇ ਦਇਆ ਕਰਨੀ ਸਮਝੋ ਨਿਵਾਜ਼ ਹੋ ਗਈ। ਮੁਸਲਮਾਨੀ ਮਤ ਵਿੱਚ ਕਰੈਬਾ ਨਾਮ ਦੀ ਇਸਤਰੀ ਹੋਈ ਆ, ਜਿਹੜੀ ਕਿ ਕਹਿੰਦੇ ਮੱਕੇ ਦੀ ਯਾਤਰਾ 'ਤੇ ਜਾ ਰਹੀ ਸੀ, ਔਰ ਰਸਤੇ ਦੇ ਵਿੱਚ ਉਸ ਦੇ ਕੋਲ 4 ਪ੍ਰਸ਼ਾਦੇ ਸਨ ਗੰਢ ਬੰਨੇ ਹੋਏ, ਅਤੇ ਜਾਂਦਿਆਂ ਜਾਂਦਿਆਂ ਭੁੱਖ ਲੱਗੀ ਅਤੇ ਇੱਕ ਥਾਂ 'ਤੇ ਜੰਗਲ ਵਿੱਚ ਬੈਠ ਕੇ, ਯਾਤਰਾ ਦੌਰਾਨ ਬੈਠ ਕੇ ਪ੍ਰਸ਼ਾਦਾ ਛਕਣ ਲੱਗੀ। ਜਦੋਂ ਪ੍ਰਸ਼ਾਦਾ ਖਾਣ ਲੱਗੀ ਤਾਂ ਨੇੜੇ ਹੀ ਕੋਈ ਕੁੱਤੀ ਸੂਈ ਹੋਈ ਸੀ ਅਤੇ ਉਹ ਭੱਜ ਕੇ ਆ ਕੇ ਉਹਦੇ ਕੋਲੇ ਪੂਛ ਮਾਰਨ ਲੱਗੀ, ਭਾਵ ਰੋਟੀ ਮੰਗਣ ਲੱਗੀ। ਉਹਨੇ ਰੋਟੀ ਖਾਂਦੀ ਖਾਂਦੀ ਨੇ ਉਸ ਨੂੰ 1 ਰੋਟੀ ਪਾ ਦਿੱਤੀ। ਉਹਨੇ ਬੜੀ ਤੇਜ਼ੀ ਨਾਲ ਰੋਟੀ ਖਾ ਕੇ ਅੰਦਰ ਸਿੱਟੀ, ਫਿਰ ਹੋਰ ਮੰਗਣ ਲੱਗੀ, ਇਹਨੇ 1 ਹੋਰ ਪਾ ਦਿੱਤੀ।
ਉਹਨੇ ਉਹ ਵੀ ਬੜੀ ਤੇਜ਼ੀ ਨਾਲ ਖਾਧੀ, ਫਿਰ ਹੋਰ ਮੰਗੀ। ਇਉਂ ਰੈਬਾ ਨੇ ਇੱਕ ਰੋਟੀ ਖਾਧੀ, 3 ਰੋਟੀਆਂ ਉਹ ਕੁੱਤੀ ਨੂੰ ਪਾ ਦਿੱਤੀਆਂ ਉਸਨੇ। ਤਾਂ ਉਸਨੇ ਉਹ ਰੋਟੀ ਖਾ ਕੇ ਪਰਮੇਸ਼ਰ ਅੱਲਾਹ ਦਾ ਸ਼ੁਕਰ ਕੀਤਾ। ਪਰ ਗੁਰੂ ਪਿਆਰਿਓ, ਥੋੜ੍ਹੀ ਦੇਰ ਬਾਅਦ ਨੂੰ ਫਿਰ ਭੁੱਖ ਲੱਗੀ ਅਤੇ ਉਸ ਤੋਂ ਤੁਰਿਆ ਨਾ ਗਿਆ ਅਤੇ ਉੱਥੇ ਬੈਠ ਗਈ। ਅਤੇ ਜਿੱਥੇ ਬੈਠੀ ਆ ਉੱਥੇ ਹੀ ਉਸ ਨੂੰ ਖੁਦਾ ਨੇ ਆ ਕੇ ਦਰਸ਼ਨ ਦੇ ਦਿੱਤੇ, ਬਈ ਤੇਰੀ ਯਾਤਰਾ ਸਫਲੀ ਹੋ ਗਈ ਆ। ਕਹੋ ਸਤਿਨਾਮ ਸ੍ਰੀ। ਦਇਆ ਬਿਨਾ ਸਿੱਧ ਕਸਾਈ। ਜੇ ਵੱਡੇ ਵੱਡੇ ਸਿੱਧ ਸਾਧਨਾ ਕਰਨ ਵਾਲੇ ਵੀ ਦਇਆ ਨਹੀਂ ਕਰਦੇ ਤੇ ਉਹ ਵੀ ਸਮਝੋ ਕਸਾਈ ਆ, ਉਹ ਸਿੱਧ ਨਹੀਂ। ਤਾਂ ਮੁਸਲਮਾਨ ਦੀ ਨਿਵਾਜ਼ ਕਿਹੋ ਜਿਹੀ ਹੋਵੇ, ਮੁਸਲਮਾਨ ਦੇ ਜਿਹੜੇ ਚਿੰਨ੍ਹਾਂ ਨੂੰ ਕਿਹੋ ਜਿਹੇ ਹੋਣ। ਵੈਸੇ ਤਾਂ ਸਾਰਿਆਂ ਦੇ ਇੱਕੋ ਜਿਹੀ ਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵੱਟ। ਸਿੱਖ ਵਿੱਚ ਵੀ ਦਇਆ ਪਾਈ ਆ, ਹਿੰਦੂ ਵਿੱਚ ਵੀ ਦਇਆ ਪਾਉਣ ਦੀ ਕੋਸ਼ਿਸ਼ ਕੀਤੀ ਆ, ਮੁਸਲਮਾਨਾਂ ਨੂੰ ਵੀ ਦਇਆ ਕਰਨੀ ਸਿਖਾਈ ਆ। ਇਹ ਗੁਣ ਤਾਂ ਮਨੁੱਖ ਦੇ ਆ ਅਤੇ ਹਰੇਕ ਮਨੁੱਖ ਵਿੱਚ ਇਹ ਗੁਣ ਹੋਣੇ ਚਾਹੀਏ। ਮਿਹਰ ਮਸੀਤ ਸਿਦਕ ਮੁਸੱਲਾ। ਮੁਸੱਲਾ ਹੁੰਦਾ ਗੁਰੂ ਪਿਆਰਿਓ ਜਿਸ ਕੱਪੜੇ ਉੱਤੇ ਬੈਠ ਕੇ ਚਾਦਰ ਕਰਦੇ ਆ, ਜਿਸ ਕੱਪੜੇ ਚਾਦਰ ਉੱਤੇ ਬੈਠ ਕੇ ਨਮਾਜ਼ ਕਰਦੇ ਹਨ, ਉਸ ਨੂੰ ਮੁਸੱਲਾ ਕਹਿੰਦੇ ਹਨ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਕਹਿੰਦੇ ਤੇਰੀ ਇੱਦਾਂ ਦੀ ਨਮਾਜ਼ ਹੋਵੇ, ਦਇਆ ਦੇ ਵਿੱਚ ਆ ਕੇ ਜੀਵਨ ਬਤੀਤ ਕਰ, ਦਇਆ ਦੇ ਨਾਲ ਆਪਣੇ ਸਿਦਕ 'ਤੇ ਰਹਿਣਾ, ਇਹ ਤੇਰੀ ਚਾਦਰ ਹੈ, ਇਹ ਤੇਰਾ ਮੁਸੱਲਾ ਹੈ। ਔਰ ਹੱਕ ਹਲਾਲ ਕੁਰਾਨ, ਆਪਣਾ ਹੱਕ ਖਾਣਾ, ਇਹ ਤੇਰੀ ਕੁਰਾਨ ਹੈ। ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਵੈਸੇ ਸਾਡਾ ਆਪਾਂ ਕਹਿਤਾ ਵੀ ਅਸੀਂ ਇਸ ਦੇ ਸਿੱਖ ਹਾਂ, ਪਿਆਰੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਹੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਭ ਨੂੰ ਹੀ ਗਿਆਨ ਦਿੰਦੀ ਆ, ਸਾਰਿਆਂ ਵਾਸਤੇ ਬਰਾਬਰ ਹੈ। ਸਿਦਕ ਮਸੱਲਾ, ਹੱਕ ਹਲਾਲ ਕੁਰਾਨ। ਕਹਿੰਦੇ ਹਲਾਲ ਖਾਣਾ, ਕੋਈ ਆਪ ਸ਼ਬਦ ਪੜ੍ਹ ਕੇ ਬਿਸਮਿਲ੍ਲਾ ਰਹਿਮਾਨੁੱਲਾ ਰਹੀਮ ਅੱਲਾ ਇल्लल्लाह ਮੁਹੰਮਦ ਸਰੂਰ इल्लल्लाह, ਇਹ ਸ਼ਬਦ ਪੜ੍ਹ ਕੇ ਮੁਸਲਮਾਨ ਲੋਕ ਜਿਹੜੇ ਹਨ ਕਿਸੇ ਜਾਨਵਰ ਨੂੰ ਧੌਣ ਕੱਟਦੇ ਆ, ਉਹਦੀ ਹੌਲੀ ਹੌਲੀ ਛੁਰੀ ਫੇਰਦੇ ਆ, ਨਾਲ ਨਾਲ ਇਹ ਮੰਤਰ ਪੜ੍ਹਦੇ ਆ। ਅਤੇ ਫਿਰ ਕੀ ਕਹਿੰਦੇ ਆ, ਅਸੀਂ ਹਲਾਲ ਕਰਕੇ ਖਾਧਾ ਹੈ। ਕਹੋ ਸਤਿਨਾਮ ਸ੍ਰੀ। ਵੀ ਅਸੀਂ ਜੇ ਜੀਵ ਦਾ ਮਾਸ ਖਾਧਾ ਹੈ, ਅਸੀਂ ਉਸ ਦੀ ਪਹਿਲਾਂ ਮੁਕਤੀ ਕੀਤੀ ਆ ਮੰਤਰ ਪੜ੍ਹ ਕੇ। ਪਰ ਬਾਬਾ ਜੀ ਕਹਿੰਦੇ ਕਿਸੇ ਦੇ ਦਾ ਹੱਕ ਧੋਖੇ ਨਾਲ ਖੋਹ ਕੇ ਖਾਣਾ, ਇਹ ਹਲਾਲ ਨਹੀਂ ਹੈ, ਇਹ ਹਰਾਮ ਹੈ। ਇਹ ਹਲਾਲ ਨਹੀਂ ਹੈ, ਹਲਾਲ ਹੈ ਆਪਣਾ ਹੱਕ ਖਾਣਾ। ਤੇਰੀ ਕੁਰਾਨ ਕੀ ਕਹਿੰਦੀ ਹੈ ਕਿ ਆਪਣਾ ਹੱਕ ਖਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਲਾਲ ਖਾਣਾ ਕੋਈ ਇਹ ਨਹੀਂ ਕਿ ਮੰਤਰ ਪੜ੍ਹਦੇ ਹੋਏ ਕਿਸੇ ਦੀ ਧੌਣ ਵੱਢਣੀ। ਅਤੇ ਧੌਣ ਵੱਢਣ ਦਾ ਦੂਸਰਾ ਅਰਥ ਇਹ ਵੀ ਹੈ ਕਿ ਆਪਣੇ ਆਪ ਨੂੰ ਧਰਮੀ ਕਹਾਉਣਾ ਅਤੇ ਲੋਕਾਂ ਨਾਲ ਠੱਗੀਆਂ ਮਾਰਨੀਆਂ। ਕਿਸੇ ਦੇ ਹੱਕ ਨੂੰ ਧੋਖੇ ਨਾਲ, ਭੁਲੇਖੇ ਨਾਲ, ਜਾਂ ਕਿਸੇ ਦੇ ਹੱਕ ਨੂੰ ਗੁਰੂ ਪਿਆਰਿਓ ਵਰਗ ਲਾ ਕੇ, ਜਾਂ ਕਿਸੇ ਨੂੰ ਭੁਲੇਖੇ ਵਿੱਚ ਪਾ ਕੇ, ਜਾਂ ਕਿਸੇ ਨੂੰ ਗੁਰੂ ਪਿਆਰਿਓ ਸਬਜ਼ਬਾਗ ਵਿਖਾ ਕੇ ਉਹਦੇ ਹੱਕ ਨੂੰ ਠੱਗਣਾ, ਇਹ ਉਹਦੀ ਧੌਣ ਵੱਢਣ ਦੇ ਬਰਾਬਰ ਹੀ ਹੈ। ਤਾਂ ਮੁਸਲਮਾਨ ਕਿਹੋ ਜਿਹਾ ਹੋਵੇ, ਦਇਆ ਰੱਖਦਾ ਹੋਵੇ, ਦਇਆ ਦੀ ਮਸੀਤ ਵਿੱਚ ਰਹਿੰਦਾ ਹੋਵੇ। ਮਿਹਰ ਮਸੀਤ ਸਿਦਕ ਮੁਸੱਲਾ, ਆਪਣੇ ਸਿਦਕ 'ਤੇ ਖੜ੍ਹਾ ਹੋਵੇ, ਇਹ ਉਸ ਦੀ ਨਵਾਜ਼ ਕਰਨ ਵਾਲੀ ਚਾਦਰ ਹੈ। ਹੱਕ ਹਲਾਲ ਕੁਰਾਨ, ਜਿਵੇਂ ਕੁਰਾਨ ਕਹਿੰਦੀ ਆ ਉਹਦੇ ਮੁਤਾਬਕ ਚੱਲੇ, ਆਪਣਾ ਹੱਕ ਖਾਵੇ, ਦੂਜੇ ਦਾ ਹੱਕ ਨਾ ਖਾਵੇ। ਸ਼ਰਮ ਸੁੰਨਤ, ਹੁਣ ਸੁੰਨਤ ਕੀ ਹੈ ਕਿ ਛੋਟੇ ਬੱਚੇ ਦੇ ਅੰਗ ਨੂੰ ਕੱਟ ਕੇ ਇਹ ਕਹਿੰਦੇ ਆ ਜੀ ਸੁੰਨਤ ਕਰਤੀ, ਇਹ ਮੁਸਲਮਾਨ ਹੋ ਗਿਆ। ਪਰ ਬਾਬਾ ਜੀ ਕਹਿੰਦੇ ਨਹੀਂ, ਇਹ ਸੁੰਨਤ ਨਹੀਂ ਹੈ, ਸੁੰਨਤ ਹੈ ਮਿਹਨਤ ਕਰਕੇ ਖਾਣਾ। ਕਹੋ ਸਤਿਨਾਮ। ਸ਼ਰਮ ਹੁੰਦੀ ਹੈ ਮਿਹਨਤ। ਕਹਿੰਦੇ ਇਸ ਮਨੁੱਖ ਨੂੰ ਆਪਣੀ ਮਿਹਨਤ ਕਰਕੇ ਖਾਣਾ ਚਾਹੀਦਾ। ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ ਸੀਲ ਰੋਜ਼ਾ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਤੋਂ ਉੱਚੇ ਉੱਠ ਕੇ
ਸ਼ਰਮ ਮੰਨ ਕੇ, ਜਿਵੇਂ ਇਸਤਰੀ ਨੂੰ ਕੋਈ ਸ਼ਰਮ ਦਾ ਸ਼ਬਦ ਵਰਤੇ ਤਾਂ ਬਹੁਤ ਵੱਡਾ ਹੈ, ਮਨੁੱਖ ਦੇ ਵਾਸਤੇ ਵੀ ਵਰਤੇ ਤਾਂ ਬਹੁਤ ਵੱਡਾ ਹੈ। ਭਾਵ ਸ਼ਰਮ ਦੇ ਵਿੱਚ ਰਹਿੰਦਿਆਂ ਹੋਇਆਂ, ਹਜਾ ਦੇ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਹੀ ਮਨੁੱਖ ਜਿਹੜਾ ਹੈ ਇੱਦਾਂ ਦਾ ਜੀਵਨ ਬਤੀਤ ਕਰੇ, ਵਿਸ਼ੇ ਭੋਗਣ ਦੇ ਫੁਰਨਿਆਂ ਤੋਂ ਸ਼ਰਮ ਮੰਨੇ, ਸ਼ਰਮ ਕਰਨੀ। ਇੱਕ ਅਰਥ ਹੈ ਸ਼ਰਮ, ਸੱਸਾ ਰਾਰਾ ਮੰਮਾ ਸ਼ਰਮ, ਇਹ ਸ਼ਰਮ ਦਾ ਅਰਥ ਹੈ ਮਿਹਨਤ ਕਰਕੇ ਖਾਣਾ, ਤੇ ਦੂਜੀ ਸ਼ਰਮ ਦਾ ਅਰਥ ਹੈ ਸ਼ਰਮ ਮੰਨਣੀ, ਭਾਵ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਰੋਕਣਾ। ਅਸਲੀ ਸੁਨਤ ਇਹ ਹੈ ਸੀਲ ਰੋਜਾ, ਸੀਲ ਦਾ ਭਾਵ ਨਿਮਰਤਾ ਵਾਲਾ ਸੁਭਾਅ ਰੱਖਣਾ। ਨਿਮਰਤਾ ਰੱਖਣੀ ਜੀਵਨ ਵਿੱਚ, ਇਹ ਤੇਰੇ ਰੋਜੇ ਹੈ। ਤੂੰ ਉਹ ਰੋਜੇ ਰੱਖ ਜਾਂ ਨਾ ਰੱਖ, ਤੇਰੀ ਮਰਜ਼ੀ ਆ, ਪਰ ਨਿਮਰਤਾ ਜ਼ਰੂਰ ਰੱਖ। ਕਹੋ ਸਤਨਾਮ ਸ੍ਰੀ। ਸੀਲ ਰੋਜਾ ਹੋ ਮੁਸਲਮਾਨ, ਜੇ ਤੂੰ ਮੁਸਲਮਾਨ ਕਹਾਉਣਾ ਤੇ ਇਹਨਾਂ ਗੁਣਾਂ ਨੂੰ ਧਾਰਨ ਕਰ। ਜੇ ਤੇਰੇ ਅੰਦਰ ਇਹ ਗੁਣ ਨਹੀਂ ਤਾਂ ਤੂੰ ਮੁਸਲਮਾਨ ਨਹੀਂ ਹੈ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ। ਅਗਲੇ ਸ਼ਲੋਕ ਵਿੱਚ ਲਿਖਦੇ ਹਨ ਪਾਤਸ਼ਾਹ ਜੀ, ਮਹੱਲਾ ਪਹਿਲਾ, ਹਿੰਦੂ ਵਾਸਤੇ ਕਿਸੇ ਦਾ ਹੱਕ ਖਾਣਾ ਗਾਂ ਖਾਣ ਦੇ ਬਰਾਬਰ ਹੈ, ਤੇ ਮੁਸਲਮਾਨ ਦੇ ਵਾਸਤੇ ਕਿਸੇ ਦਾ ਹੱਕ ਖਾਣਾ ਸੂਰ ਖਾਣ ਦੇ ਬਰਾਬਰ ਹੈ। ਉਹ ਸੂਰ ਤੋਂ ਇੰਨੀ ਨਫ਼ਰਤ ਮੰਨਦੇ ਆ ਮੁਸਲਮਾਨ, ਜੇ ਕਿਤੇ ਸੂਰ ਇਹਨਾਂ ਦੇ ਕੱਪੜਿਆਂ ਨਾਲ ਵੱਜ ਜਾਵੇ ਤੇ ਕੱਪੜੇ ਲਾ ਕੇ ਸਿੱਟ ਦਿੰਦੇ ਆ। ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਦੇ ਵਿੱਚ ਹਨ ਤਾਂ ਇਹਨਾਂ ਨੇ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਔਰ ਮਨਾਉਣਾ ਚਾਹਿਆ, ਗੁਰੂ ਸਾਹਿਬ ਨੂੰ ਧਰਮ ਤੋਂ ਡਲਾਉਣਾ ਚਾਹਿਆ, ਉਹ ਨਾ ਡੋਲੇ। ਅਖੀਰ ਇਹਨਾਂ ਦੇ ਕਾਜ਼ੀਆਂ ਮਲਾਣਿਆਂ ਨੇ ਸਲਾਹ ਕੀਤੀ ਬਈ ਆਪਾਂ ਆਪਣੇ ਧਰਮ ਦੇ ਨਾਲ ਹਲਾਲ ਦਾ ਖਾਣਾ ਖਵਾਓ ਇਹਨਾਂ ਨੂੰ, ਹਲਾਲ ਕਰਕੇ ਨਾ ਗਊ ਦਾ ਮਾਸ ਇਹਨਾਂ ਨੂੰ ਖਵਾ ਦਿਓ, ਫਿਰ ਇਹ ਧਰਮ ਤੋਂ ਡਾਊਨ ਹੋ ਜਾਣਗੇ, ਇਹਨਾਂ ਦਾ ਧਰਮ ਟੁੱਟ ਜੂਗਾ। ਤੇ ਇਹ ਸਲਾਹ ਮਸ਼ਵਰਾ ਕਰਕੇ ਕਹਿੰਦੇ ਇਹਨਾਂ ਨੇ ਚੌਲ ਤਿਆਰ ਕੀਤੇ, ਤੇ ਚੌਲਾਂ ਦੇ ਵਿੱਚ ਕਹਿੰਦੇ ਗਊ ਦੇ ਮਾਸ ਦੇ ਟੁਕੜੇ ਵੱਢ ਕੇ ਉਬਾਲੇ, ਔਰ ਉਹਨਾਂ ਚੌਲਾਂ ਦੇ ਦੇਗੇ ਨੂੰ ਲੈ ਕੇ ਉਹ ਜੇਲ੍ਹ ਵਿੱਚ ਆ ਗਏ, ਜਿੱਥੇ ਹੁਣ ਗੁਰਦੁਆਰਾ ਸਾਹਿਬ ਸ਼ੀਸ਼ਗੰਜ ਹੈ ਦਿੱਲੀ ਦੇ ਵਿੱਚ। ਇੱਥੇ ਪਹਿਲਾਂ ਜੇਲ੍ਹ ਹੁੰਦੀ ਸੀਗੀ, ਤੇ ਭੂਤਾਂ ਵਾਲੀ ਹਵੇਲੀ ਵੀ ਉਹਨੂੰ ਕਹਿੰਦੇ ਸੀਗੇ। ਕਿਸੇ ਕੈਦੀ ਨੂੰ ਮਾਰਨਾ ਹੁੰਦਾ ਨਾ, ਉਹਦੇ ਵਿੱਚ ਛੱਡ ਜਾਂਦੇ ਤੇ ਉਹ ਡਰਦਾ ਹੀ ਮਰ ਜਾਂਦਾ ਵੀ ਇੱਥੇ ਭੂਤ ਰਹਿੰਦੇ ਆ। ਇਸੇ ਕਰਕੇ ਗੁਰੂ ਤੇਗ ਬਹਾਦਰ ਨੂੰ ਮਨਾਉਣ ਵਾਸਤੇ ਇਹਨਾਂ ਨੇ ਉੱਥੇ ਕੈਦ ਕੀਤਾ ਸੀਗਾ। ਜਿਸ ਵੇਲੇ ਚੌਲਾਂ ਦੀ ਬਣੀ ਹੋਈ ਦੇਗਾ ਲੈ ਕੇ ਜੇਲ੍ਹ ਵਿੱਚ ਆਏ ਤੇ ਗੁਰੂ ਸਾਹਿਬ ਦੇ ਕੋਲ ਲਿਆ ਕੇ ਰੱਖਿਆ, ਢੱਕਣ ਰੱਖਿਆ, ਉੱਤੇ ਢੱਕਿਆ ਹੋਇਆ। ਕਹਿੰਦੇ ਮਹਾਰਾਜ ਕਈ ਦਿਨ ਹੋ ਗਏ ਤੁਸੀਂ ਕੁਛ ਖਾਧਾ ਨਹੀਂ, ਭੋਜਨ ਛਕ ਲਓ। ਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਭੋਜਨ ਛਕਿਆ ਹੋਇਆ ਭਾਈ, ਸਾਨੂੰ ਲੋੜ ਨਹੀਂ ਹੈ ਭੋਜਨ ਦੀ। ਕਹਿੰਦੇ ਨਹੀਂ ਥੋੜ੍ਹਾ ਜਿਹਾ ਤਾਂ ਛਕੋ, ਰਾਜਾ ਸਾਹਿਬ ਨੇ ਪਿਆਰ ਨਾਲ ਭੇਜਿਆ। ਤਾਂ ਗੁਰੂ ਪਿਆਰੋ ਜਦੋਂ ਉਹਨਾਂ ਨੇ ਵਾਰ-ਵਾਰ ਕਿਹਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਕੀ ਬਣਾ ਕੇ ਲਿਆਇਓ, ਢੱਕਣ ਚੱਕੋ। ਤਾਂ ਜਿਸ ਵੇਲੇ ਉਹਨਾਂ ਨੇ ਢੱਕਣ ਲਾਹਿਆ, ਜਿੰਨੇ ਉਹ ਮਾਸ ਦੇ ਟੁਕੜੇ ਸੀ, ਜਿੰਨੇ ਚੌਲ ਸੀ, ਕਹਿੰਦੇ ਸੂਰਾਂ ਦੇ ਬੱਚੇ ਬਣ ਬਣ ਕੇ ਭੱਜਣੇ ਸ਼ੁਰੂ ਹੋ ਗਏ ਦੇਗੇ ਚੋਂ। ਕਹੋ ਸਤਨਾਮ ਸੀ। ਜਿਹੋ ਜਿਹਾ ਅਸੀਂ ਕਿਸੇ ਦੇ ਬਾਰੇ ਸੋਚਦੇ ਹਾਂ ਅੱਗੋਂ ਸਾਡੇ ਨਾਲ ਉਵੇਂ ਹੀ ਹੁੰਦਾ। ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੁਸੀਂ ਕਿਸੇ ਦਾ ਬੁਰਾ ਨਾ ਸੋਚੋ, ਤੁਹਾਡਾ ਕਦੇ ਬੁਰਾ ਨਹੀਂ ਹੋ ਸਕਦਾ। ਤਾਂ ਇਸ ਤਰ੍ਹਾਂ ਜਿਸ ਵੇਲੇ ਉਹਨਾਂ ਨੇ ਗੁਰੂ ਸਾਹਿਬ ਦਾ ਧਰਮ ਖਰਾਬ ਕਰਨਾ ਚਾਹਿਆ ਤੇ ਪਰਮੇਸ਼ਰ ਨੇ ਉਹਨਾਂ ਦਾ ਕਰਤਾ। ਹੋਇਆ ਕਿ ਉਹ ਦੇਗੇ ਦੇ ਵਿੱਚੋਂ ਸੂਰਾਂ ਦੇ ਬੱਚੇ ਭੱਜਣੇ ਸ਼ੁਰੂ ਹੋਏ। ਉਹ ਕਹੇ ਸੀ ਕਰਾਮਾਤ ਵਿਖਾਓ, ਪਾਤਸ਼ਾਹ ਕਹਿੰਦੇ ਅਸੀਂ ਕੋਈ ਕਰਾਮਾਤ ਨਹੀਂ ਵਿਖਾਉਣੀ। ਇਸ ਕਰਕੇ ਸਤਿਗੁਰ ਨੇ ਕਰਾਮਾਤ ਤਾਂ ਨਾ ਵਿਖਾਈ, ਪਰ ਉੱਥੇ ਕੁਦਰਤੀ ਕਰਾਮਾਤ ਹੋ ਗਈ ਤੇ ਸੂਰਾਂ ਦੇ ਇੰਨੇ ਬੱਚੇ ਪੈਦਾ ਹੋ ਗਏ। ਦੇਗੇ ਵਿੱਚ ਜਿੰਨੇ ਚੌਲ ਸੀ, ਜਿੰਨੇ ਟੁਕੜੇ ਸੀ, ਸੂਰਾਂ ਦੇ ਬੱਚੇ ਪੈਦਾ ਹੋ ਕੇ ਦਿੱਲੀ ਵਿੱਚ ਫੈਲਣੇ ਸ਼ੁਰੂ ਹੋ ਗਏ, ਚਾਂਦਨੀ ਚੌਂਕ 'ਚ। ਅਤੇ ਮੁਸਲਮਾਨਾਂ ਦੇ ਘਰਾਂ ਵਿੱਚ ਆ ਵੱਜੇ, ਉਹਨਾਂ ਦੇ ਪਾਣੀ ਵਾਲੇ ਘੜਿਆਂ ਵਿੱਚ ਵੱਜੇ, ਉਹਨਾਂ ਦੀਆਂ ਰਸੋਈਆਂ ਜਾ ਵੜੇ। ਅਤੇ ਜਿੰਨੀਆਂ ਮੁਸਲਮਾਨੀਆਂ ਇਸਤਰੀਆਂ ਸਨ ਉਹ ਸਾਰੀਆਂ ਔਰੰਗਜ਼ੇਬ ਨੂੰ ਲਾਹਨਤਾਂ ਪਾਉਂਦੀਆਂ ਕਿ ਕਿੱਡਾ ਮੂਰਖ ਰਾਜਾ ਹੈ, ਰਿਸ਼ੀਆਂ ਮੁਨੀਆਂ ਸਾਧੂਆਂ ਨੂੰ ਵੀ ਨਹੀਂ ਛੱਡਦਾ ਗਾ। ਇਸ ਕਰਕੇ
मुसलमान वास्ते सूर जिहड़ा है वो खाना तो दूर की गल है, तो नेड़े नहीं आउण दिंदा, पर पराया हक खाना सूर खाण दे बराबर ही है। हक पराया नानका उस सूअर उस गाए, गुरपीर हम तां भरे जां मुरदार न खाए। इस करके सतगुरु पातशाह जी ने बख्शिश किया कि मुसलमान वास्ते सूर खान दे बराबर है, हिंदू वास्ते गां खान दे बराबर है किसी का हक खाना। गुरपीर हम तां भरे जां मुरदार न खाए, जे असी पराया हक नहीं खांदे तां गुरु साडी सैड लवेगा, तां गुरु साडा जिहड़ा है हम ही भरेगा भी हाँ मेरा सिख है। तां मुसलमाना दा पीर मुहम्मद साहब उन्होंने अपने लवे लावेगा जे किसी का हक नहीं खाणगे। जे किसी का हक मार के खाणगे उन्होंने तो फिर कह दिओ दरगाह विच भी ढोई नहीं मिलनी, को सतनाम। इसका अर्थ यही होया, उन्होंने अपने गुरु पीर दे चरणों विच थां नहीं मिलनी। फिर जां मुरदार न खाए, गल्ली भिस्त न जाइए, गल्ली बाती कोई भिस्त की हुंदा है स्वर्ग। मुसलमान भिस्त कहते हैं, हिंदू स्वर्ग कहते हैं। कहते इस तरह गल्लां बातां नाल कोई स्वर्गां नूं नहीं जा सकता। छुट्टे सच कमाए, जिन्ना चिर जीवन विच सच नहीं आउंदा उन्ना चिर तुसीं सचखंड स्वर्ग भिस्त विच नहीं जा सकते। को सतनाम श्री। गल्ली भिस्त न जाइए, छुट्टे सच कमाए, मारन पाहे हराम मह होए हलाल न जाए। किसी का हक मारना हराम है, ये हलाल नहीं हो सकता जिन्ना मर्जी कोई रौला पाई जाए। किसी का हक खाना ये हराम ही रहेगा, इनू कोई हलाल नहीं बना सकता। नाल गल्ली कूड़ी कूड़ो पल्ले पाए, इस तरह झूठियां गल्लां करन वाले झूठ ही इकट्ठा करते हैं ते दरगाह भी जाते हुए अपने नाल झूठ ही लैके जाणगे। फिर दरगाह दे विच उन्हां नूं टिकाणा नहीं मिलेगा। इस करके आओ गुरु दे लड़ लगिए, काजियां नूं मुसलमानां नूं समझाउंदे होए धन धन श्री गुरु नानक देव महाराज जी ने ये बचन उचारण कीते। अगले शब्दां दे विचार आपां कल दे दीवाना विच सरवण करांगे। बोलदिआं नेकां अखरवाद घाट हो जांदे। सिख संगतां दे सतगुरु बख्शण जोग है, बख्श लैना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।